ਸਤਿ ਸ਼੍ਰੀ ਅਕਾਲ ਦੋਸਤੋ, ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੰਜਾਬ ਐਗਜ਼ਾਮ ਟਰੈਕਰ ਤੇ। ਆਪਾਂ ਇਸ ਚੈਨਲ ਤੇ PSSB ਦੇ ਪ੍ਰੀਵੀਅਸ ਈਅਰ ਕੁਐਸਚਨ ਸੀਰੀਜ਼ ਨੂੰ ਸਬਜੈਕਟ ਵਾਈਜ਼ ਸਟਾਰਟ ਕੀਤਾ ਸੀ। ਅੱਜ ਆਪਾਂ ਇਸ ਚੈਨਲ ਤੇ ਸਟਾਰਟ ਕਰਨ ਜਾ ਰਹੇ ਹਾਂ ਪੋਲਿਟੀ ਦੇ ਕੁਐਸਚਨਸ ਦਾ ਪਾਰਟ 1। ਹਿਸਟਰੀ ਦੇ ਕੁਐਸਚਨਸ ਆਪਾਂ ਆਲਰੇਡੀ ਸਟਾਰਟ ਕਰ ਚੁੱਕੇ ਹਾਂ, ਜਿਸ ਦੀ ਜੋ ਪਲੇਲਿਸਟ ਹੈ ਸੈਪਰੇਟਲੀ ਬਣਾ ਦਿੱਤੀ ਗਈ ਹੈ ਅਤੇ ਉਸ 'ਚ ਵੀ ਹੋਰ ਵੀਡੀਓਜ਼ ਜਿਹੜੀਆਂ ਉਹ ਅੱਗੇ ਆਉਣਗੀਆਂ। ਇਸੇ ਤਰ੍ਹਾਂ ਆਪਾਂ ਬਾਕੀ ਸਬਜੈਕਟਸ ਦੇ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਵੀ ਕਵਰ ਕਰਦੇ ਜਾਵਾਂਗੇ, ਜੋ ਕਿ ਆਉਣ ਵਾਲੇ ਪੇਪਰਾਂ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹਨ। ਸੋ ਸਾਡਾ ਅੱਜ ਦਾ ਪਹਿਲਾ ਕੁਐਸਚਨ ਹੈ, ਜੋ ਕਿ ਰੀਸੈਂਟਲੀ ਸੈਕਸ਼ਨ ਆਫਿਸਰ ਦਾ ਐਗਜ਼ਾਮ ਹੋਇਆ ਸੀ। ਉਸ ਵਿੱਚ ਪੁੱਛਿਆ ਗਿਆ ਸੀ ਕਿ ਜੋ ਫੰਡਾਮੈਂਟਲ ਰਾਈਟਸ ਹੈ ਉਹ ਕਿਸ ਦੇਸ਼ ਦੀ ਕਨਸਟੀਟਿਊਸ਼ਨ ਤੋਂ ਆਪਾਂ ਬੋਰੋ ਕੀਤੇ ਹਨ। ਆਪਸ਼ਨ ਏ UK, ਆਪਸ਼ਨ B USA, ਆਪਸ਼ਨ C ਫਰਾਂਸ, ਆਪਸ਼ਨ D ਕੈਨੇਡਾ। ਸੋ ਸਾਡਾ ਕਰੈਕਟ ਆਂਸਰ ਹੈ ਆਪਸ਼ਨ B USA। ਸੋ ਜੋ ਫੰਡਾਮੈਂਟਲ ਰਾਈਟਸ ਹਨ ਉਹ ਇੰਡੀਅਨ ਕਨਸਟੀਟਿਊਸ਼ਨ ਦੇ ਪਾਰਟ 3 ਆਰਟੀਕਲ 12 ਤੋਂ 35 ਤੱਕ ਹੁੰਦੇ ਹਨ। ਠੀਕ ਹੈ ਜੀ, ਇਹ ਕਿੱਥੋਂ ਇੰਸਪਾਇਰ ਹੋਏ ਹਨ? ਬਿਲਸ ਆਫ ਰਾਈਟ ਫਰੋਮ ਯੂਨਾਈਟਿਡ ਸਟੇਟ ਕਨਸਟੀਟਿਊਸ਼ਨ। ਤੇ ਇਹ ਰਾਈਟਸ ਕਿਉਂ ਜ਼ਰੂਰੀ ਹਨ? ਕਿਉਂਕਿ ਇਹ ਜੋ ਸਿਟੀਜ਼ਨਸ ਹਨ ਉਹਨਾਂ ਦੀ ਪਰਸਨਲ ਡਿਵੈਲਪਮੈਂਟ 'ਚ ਹੈਲਪ ਕਰਦੇ ਹਨ ਅਤੇ ਜੋ ਕੋਰਟਸ ਹਨ ਉਹ ਇਹਨਾਂ ਨੂੰ ਕਾਨੂੰਨੀ ਤੌਰ ਤੇ ਜੋ ਹੈ ਲਾਗੂ ਕਰਦੇ ਹਨ। ਹੁਣ ਮੈਂ ਤੁਹਾਨੂੰ ਜੋ ਇੰਪੋਰਟੈਂਟ ਜੋ ਹੈ ਕਿੱਥੋਂ ਆਪਾਂ ਕਿਹੜੀ ਚੀਜ਼ ਜੋ ਹੈ ਕਨਸਟੀਟਿਊਸ਼ਨ 'ਚ ਕਿਸ ਕੰਟਰੀ ਤੋਂ ਲਈ ਹੈ ਉਹ ਦੱਸ ਦੇਵਾਂਗੀ, ਜੋ ਕਿ PSSB ਦੇ ਐਗਜ਼ਾਮ 'ਚ ਪੁੱਛੀ ਗਈ ਹੈ। ਇਸ ਤੋਂ ਇਲਾਵਾ ਵੀ ਹੋਰ ਵੀ ਬਹੁਤ ਸਾਰੇ ਸੋਰਸਿਸ ਆਫ ਕਨਸਟੀਟਿਊਸ਼ਨ ਇੰਪੋਰਟੈਂਟ ਹਨ, ਬਟ ਆਪਾਂ ਇੱਥੇ ਉਹੀ ਡਿਸਕਸ ਕਰਾਂਗੇ ਜਿਹੜੇ ਆਪਣੇ ਜੋ ਹੈ PSSB ਦੇ ਐਗਜ਼ਾਮ 'ਚ ਅੱਗੇ ਪੁੱਛੇ ਗਏ ਸੀ। ਜਿਵੇਂ ਕਿ ਸਭ ਤੋਂ ਪਹਿਲਾਂ ਹੈ ਯੂਨਾਈਟਿਡ ਕਿੰਗਡਮ ਤੋਂ ਅਸੀਂ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਲਈ ਹੈ ਅਤੇ ਜੋ ਸਿੰਗਲ ਸਿਟੀਜ਼ਨਸ਼ਿਪ ਹੈ ਉਹ ਵੀ ਬੋਰੋ ਕੀਤੀ ਹੈ। ਜੋ ਕੈਨੇਡਾ ਹੈ ਉਸ ਤੋਂ ਆਪਾਂ ਕੰਸੈਪਟ ਆਫ ਫੈਡਰੇਸ਼ਨ ਵਿਦ ਸਟਰੋਂਗ ਸੈਂਟਰ, ਮਤਲਬ ਕਿ ਸਟੇਟਸ ਤੇ ਸੈਂਟਰ ਜਿਹੜੇ ਹੈ ਉਹ ਦੋਨੋਂ ਐਗਜ਼ਿਸਟ ਕਰਦੇ ਹਨ, ਬਟ ਜਿਹੜੀਆਂ ਜ਼ਿਆਦਾ ਪਾਵਰਸ ਹਨ ਉਹ ਸੈਂਟਰ ਕੋਲ ਹਨ। ਆਪਣੇ ਇੰਡੀਆ 'ਚ ਵੀ ਇਹੀ ਹੈ ਕਿ ਜੋ ਵੀ ਆਪਣੇ ਕੋਈ ਇੰਪੋਰਟੈਂਟ ਡਿਸੀਜ਼ਨਸ, ਜਿਵੇਂ ਕਿ ਜੋ ਇੰਟਰਨੈਸ਼ਨਲ ਆਪਾਂ ਕੰਟਰੀਜ਼ ਨਾਲ ਕਿਵੇਂ ਡੀਲ ਕਰਨਾ ਹੈ ਤੇ ਫਾਈਨਾਂਸ ਨਾਲ ਜਿਹੜੇ ਜ਼ਿਆਦਾ ਇੰਪੋਰਟੈਂਟ ਜੋ ਹੈ ਡਿਸੀਜ਼ਨਸ ਉਹ ਸੈਂਟਰ ਹੀ ਲੈਂਦਾ ਹੈ। ਸੋ ਜੋ ਆਇਰਲੈਂਡ ਹੈ ਉਸ ਤੋਂ ਆਪਾਂ DPSPs ਲਏ ਹਨ। ਤੇ ਜੋ ਪਾਰਟ 3 ਹੈ ਫੰਡਾਮੈਂਟਲ ਰਾਈਟਸ ਵਾਲਾ, ਇਸ ਨੂੰ ਮੈਗਨਾ ਕਾਰਟਾ ਆਫ ਇੰਡੀਆ ਵੀ ਕਿਹਾ ਜਾਂਦਾ ਹੈ। ਇਹ ਵੀ ਬਹੁਤ ਵਾਰ ਐਗਜ਼ਾਮ 'ਚ ਪੁੱਛਿਆ ਗਿਆ ਹੈ, PSSB ਦੇ ਐਗਜ਼ਾਮਸ 'ਚ ਬਹੁਤ ਜ਼ਿਆਦਾ ਪੁੱਛਿਆ ਗਿਆ ਹੈ। ਸੋ ਸਾਡਾ ਅਗਲਾ ਕੁਐਸਚਨ ਹੈ ਕਿ ਕਿਹੜੇ ਆਰਟੀਕਲ ਡੀਲ ਕਰਦੇ ਹਨ ਰਾਈਟ ਟੂ ਇਕੁਐਲਿਟੀ ਦੇ ਨਾਲ। ਆਪਸ਼ਨ ਏ ਆਰਟੀਕਲ 12 ਤੋਂ ਲੈ ਕੇ 15, ਆਪਸ਼ਨ B 14 ਤੋਂ 18, ਆਪਸ਼ਨ C 19 ਤੋਂ ਲੈ ਕੇ 22, ਆਪਸ਼ਨ D ਆਰਟੀਕਲ 21 ਤੋਂ 24। ਸੋ ਸਾਡਾ ਕਰੈਕਟ ਆਂਸਰ ਹੈ ਆਪਸ਼ਨ B ਆਰਟੀਕਲ 14 ਤੋਂ ਲੈ ਕੇ 18। ਸੋ ਸਾਡੇ ਕੋਲ ਜਿਹੜੇ ਟੋਟਲ ਫੰਡਾਮੈਂਟਲ ਰਾਈਟਸ ਹਨ ਉਹ 6 ਫੰਡਾਮੈਂਟਲ ਰਾਈਟਸ ਹਨ ਅਤੇ ਜੋ ਰਾਈਟ ਟੂ ਇਕੁਐਲਿਟੀ ਹੈ ਉਹ ਇਹਨਾਂ 'ਚੋਂ ਜੋ ਹੈ ਸਭ ਤੋਂ ਪਹਿਲਾਂ ਹੈ। ਠੀਕ ਹੈ, ਇਹਦੇ ਆਰਟੀਕਲ ਆਪਾਂ ਦੱਸ ਹੀ ਦਿੱਤੇ ਆ ਵੀ 14 ਤੋਂ ਲੈ ਕੇ 18 ਹਨ। ਠੀਕ ਹੈ, ਸੋ ਹੁਣ ਮੈਂ ਥੋੜ੍ਹਾ ਤੁਹਾਨੂੰ ਉੱਪਰੋਂ ਦੱਸ ਦਿੰਦੀ ਹਾਂ, ਜ਼ਿਆਦਾ ਡਿਟੇਲ 'ਚ ਨਹੀਂ, ਕਿ ਜੋ ਆਰਟੀਕਲ 14 ਹੈ ਉਹ ਕਾਨੂੰਨ ਦੇ ਸਾਹਮਣੇ ਬਰਾਬਰੀ ਇਕੁਐਲਿਟੀ ਬਿਫੋਰ ਲਾਅ। ਆਰਟੀਕਲ 15 ਜੋ ਹੈ ਉਸ ਵਿੱਚ ਆਪਣੇ ਕੋਲ ਹੈ ਕਿ ਸਾਡੇ ਕੋਲ ਧਰਮ, ਨਸਲ, ਜਾਤ ਵਗੈਰਾ ਦੇ ਆਧਾਰ 'ਤੇ ਵਿਤਕਰੇ ਦੀ ਮਨਾਹੀ, ਵੀ ਡਿਸਕ੍ਰਿਮੀਨੇਸ਼ਨ ਆਪਾਂ ਨਹੀਂ ਕਰਨੀ। ਅਤੇ ਆਰਟੀਕਲ 16 ਜੋ ਹੈ ਉਹ ਇਕੁਅਲ ਓਪਰਚੁਨਿਟੀ ਦੇਣੀ ਇਨ ਮੈਟਰਸ ਆਫ ਪਬਲਿਕ ਇੰਪਲੋਇਮੈਂਟ, ਜਨਤਕ ਰੁਜ਼ਗਾਰ ਦੇ ਮਾਮਲਿਆਂ ਵਿੱਚ ਸਾਰਿਆਂ ਨੂੰ ਜੋ ਹੈ ਇੰਪਲੋਇਮੈਂਟ ਵਿੱਚ ਇੱਕੋ ਜਿਹੀ ਜੋ ਹੈ ਓਪਰਚੁਨਿਟੀ ਦੇਣੀ, ਬਰਾਬਰੀ ਦੇਣੀ। ਤੇ 17ਵਾਂ ਹੋ ਗਿਆ ਛੂਤ-ਛਾਤ ਦਾ ਖਾਤਮਾ, ਅਬੋਲਿਸ਼ਨ ਆਫ ਅਨਟਚੇਬਿਲਿਟੀ, ਤੇ 18ਵਾਂ ਹੋ ਗਿਆ ਅਬੋਲਿਸ਼ਨ ਆਫ ਟਾਈਟਲਸ। ਸੋ ਸਾਡਾ ਅਗਲਾ ਕੁਐਸਚਨ ਹੈ ਕਿ ਕਿਸੇ ਵੀ ਪਾਰਟੀ ਨੂੰ ਰਾਸ਼ਟਰ ਪਾਰਟੀ ਵਜੋਂ ਮਾਨਤਾ ਪ੍ਰਾਪਤ ਕਰਨ ਲਈ ਪਾਰਟੀ ਨੂੰ ਕਿੰਨੇ ਰਾਜਾਂ ਵਿੱਚ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਹੈ। ਰਿਕੋਗਨੀਸ਼ਨ ਆਫ ਅ ਨੈਸ਼ਨਲ ਪਾਰਟੀ ਰਿਕੁਆਇਰਸ ਹਾਊ ਮੈਨੀ ਸਟੇਟਸ, ਕਿੰਨੀਆਂ ਸਾਨੂੰ ਸਟੇਟਸ ਦੀ ਜੋ ਹੈ ਮਾਨਤਾ ਉਹ ਜ਼ਰੂਰੀ ਹੈ। ਆਪਸ਼ਨ ਏ ਘੱਟੋ ਘੱਟ 2, ਆਪਸ਼ਨ B 3 ਘੱਟੋ ਘੱਟ, ਆਪਸ਼ਨ C ਘੱਟੋ ਘੱਟ 4, ਆਪਸ਼ਨ D ਘੱਟੋ ਘੱਟ 5। ਸੋ ਸਾਡਾ ਕਰੈਕਟ ਆਂਸਰ ਹੈ ਆਪਸ਼ਨ C ਐਟਲੀਸਟ 4। ਸੋ ਚੋਣ ਕਮਿਸ਼ਨ ਅਨੁਸਾਰ ਜੇ ਕੋਈ ਪਾਰਟੀ ਜੋ ਹੈ 4 ਜਾਂ ਫਿਰ ਉਸ ਤੋਂ ਵੱਧ ਸਟੇਟਾਂ ਵਿੱਚ ਸਟੇਟ ਪਾਰਟੀ ਜੋ ਹੈ ਉਹ ਰਿਕੋਗਨਾਈਜ਼ ਕਰ ਲਈ ਜਾਂਦੀ ਹੈ ਤਾਂ ਉਸ ਨੂੰ ਜੋ ਹੈ ਸਟੇਟਸ ਦੇ ਦਿੱਤਾ ਜਾਂਦਾ ਹੈ ਨੈਸ਼ਨਲ ਪਾਰਟੀ ਦਾ। ਇਸ ਤੋਂ ਇਲਾਵਾ ਹੋਰ ਵੀ ਕੰਡੀਸ਼ਨਸ ਹਨ, ਆਪਾਂ ਇੱਥੇ ਸਿਰਫ ਇੰਪੋਰਟੈਂਟ ਜੋ ਹੈ ਕੰਡੀਸ਼ਨਸ ਉਹੀ ਡਿਸਕਸ ਕਰਾਂਗੇ। ਸੋ ਸਾਡੀਆਂ ਅਗਲੀਆਂ ਕੰਡੀਸ਼ਨ ਕੀ ਹਨ ਕਿ ਅਸੀਂ ਘੱਟੋ ਘੱਟ ਕਿੰਨੀਆਂ ਸੀਟਾਂ ਜਿੱਤੀਆਂ ਚਾਹੀਦੀਆਂ ਹਨ। ਵਿਨਿੰਗ 2% ਆਫ ਸੀਟਸ ਇਨ ਲੋਕ ਸਭਾ ਫਰੋਮ ਐਟਲੀਸਟ 3 ਸਟੇਟਸ। 2% ਜੋ ਹੈ ਘੱਟੋ ਘੱਟ 3 ਰਾਜਾਂ ਤੋਂ
ਲੋਕ ਸਭਾ ਵਿੱਚ 2% ਸੀਟਾਂ ਦਾ ਜਿੱਤਣਾ। ਤੇ ਕਿੰਨੀਆਂ ਸਾਡੇ ਕੋਲ ਪਾਰਟੀਆਂ ਹਨ ਕਰੰਟਲੀ? 6 ਰਿਕੋਗਨਾਈਜ਼ਡ ਨੈਸ਼ਨਲ ਪਾਰਟੀਜ਼ ਹਨ। ਕਿਹੜੀਆਂ ਹਨ? ਬੀਜੇਪੀ, ਆਈਐਨਸੀ, ਬੀਐਸਪੀ, ਸੀਪੀਆਈਐਮ, ਐਨਪੀਪੀ ਤੇ ਆਪ। ਠੀਕ ਹੈ ਜੀ, ਇਹ ਜੋ ਹਨ ਸਾਡੀਆਂ 6 ਰਿਕੋਗਨਾਈਜ਼ਡ ਨੈਸ਼ਨਲ ਪਾਰਟੀਜ਼ ਹਨ। ਅਗਲਾ ਜੋ ਹੈ ਸਾਡਾ ਕੁਐਸਚਨ ਹੈ ਕਿ ਕਿਹੜਾ ਜੋ ਹੈ ਆਰਟੀਕਲ ਡੀਲ ਕਰਦਾ ਹੈ ਅਯੋਗਤਾ ਨਾਲ ਸੰਬੰਧਿਤ ਹੈ? ਐਮਪੀ ਦੇ ਸੰਸਦ ਮੈਂਬਰ ਦੇ ਅਯੋਗਤਾ ਨਾਲ ਕਿਹੜਾ ਆਰਟੀਕਲ ਜੋ ਹੈ ਸੰਬੰਧਿਤ ਹੈ? ਆਪਸ਼ਨ ਏ 101, ਆਪਸ਼ਨ ਬੀ ਆਰਟੀਕਲ 102, ਆਪਸ਼ਨ ਸੀ 103, ਆਪਸ਼ਨ ਡੀ 105। ਸੋ ਸਾਡਾ ਕਰੈਕਟ ਆਂਸਰ ਹੈ ਆਪਸ਼ਨ ਬੀ 102। ਸੋ ਜੋ ਆਰਟੀਕਲ 102 ਹੈ ਉਸ ਵਿੱਚ ਜੋ ਅਯੋਗਤਾ ਹੈ ਉਹ ਕਿਸ ਦੇ ਆਧਾਰ ਤੇ ਹੈ? ਜਾਂ ਤਾਂ ਤੁਸੀਂ ਹੋਲਡ ਕੀਤਾ ਹੈ ਆਫਿਸ ਆਫ ਪ੍ਰੋਫਿਟ, ਜਾਂ ਫਿਰ ਜੋ ਹੈ ਮਾਨਸਿਕ ਤੌਰ ਤੇ ਅਸਵਸਥ ਹੋਵੋ ਤੁਸੀਂ, ਜਾਂ ਦਿਵਾਲੀਆ ਹੋ ਗਏ ਹੋ, ਇਨਸੋਲਵੈਂਸੀ ਹੋ ਗਈ ਹੋਵੇ, ਜਾਂ ਫਿਰ ਤੁਸੀਂ ਭਾਰਤ ਦੀ ਜੋ ਹੈ ਨਾਗਰਿਕਤਾ ਹੈ ਉਹ ਛੱਡ ਦਿੱਤੀ ਹੈ, ਤਾਂ ਉਹ ਕਿਸ ਬੇਸ ਤੇ ਡਿਸਕੁਆਲੀਫਿਕੇਸ਼ਨ ਹੁੰਦੀ ਹੈ? ਆਰਟੀਕਲ 102। ਇਸ ਤੋਂ ਇਲਾਵਾ ਜੋ 10th ਸ਼ਡਿਊਲ ਹੈ ਉਹ ਬਾਅਦ ਚ ਐਡ ਕੀਤਾ ਗਿਆ ਸੀਗਾ। ਕਿਹੜੀ ਅਮੈਂਡਮੈਂਟ ਨਾਲ ਇਹ ਐਡ ਕੀਤਾ ਗਿਆ ਸੀਗਾ? ਆਪਣੇ ਕੋਲ 52nd ਅਮੈਂਡਮੈਂਟ ਐਕਟ ਜੋ ਹੈ ਉਹ 1985 ਉਸ ਨਾਲ ਜੋ ਹੈ ਇਹ ਐਡ ਕੀਤਾ ਗਿਆ ਸੀਗਾ। 52nd ਅਮੈਂਡਮੈਂਟ ਐਕਟ ਆਫ 1985। ਸੋ ਇਸ ਦੇ ਤਹਿਤ ਕੀ ਹੋਇਆ ਸੀਗਾ? ਇਹ ਕਿਉਂ ਆਪਣੇ ਕੋਲ ਐਡ ਕਰਨ ਦੀ ਲੋੜ ਪਈ ਅਮੈਂਡਮੈਂਟ? ਕਿਉਂਕਿ ਬਹੁਤ ਸਾਰੇ ਜੋ ਨੇਤਾ ਸੀਗੇ ਉਹ ਇੱਕ ਪਾਰਟੀ ਤੋਂ ਪ੍ਰੋਫਿਟ ਦੇਖ ਕੇ ਦੂਸਰੀ ਪਾਰਟੀ ਵੱਲ ਜਾਈ ਜਾਂਦੇ ਸੀਗੇ, ਦਲ ਬਦਲੀ ਵੱਧ ਗਈ ਸੀ। ਇਸ ਕਰਕੇ ਸਾਡੇ ਕੋਲ ਜੋ ਹੈ ਅਗਰ ਕੋਈ ਦਲ ਬਦਲਦਾ ਹੈ, ਪਾਰਟੀ ਬਦਲਦਾ ਹੈ, ਪਾਰਟੀ ਵਗੈਰਾ ਨੂੰ ਧੋਖਾ ਦਿੰਦਾ ਹੈ, ਤਾਂ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗੀ। ਇਸ ਵਿੱਚ ਵੀ ਬਹੁਤ ਸਾਰੇ ਜਿੱਦਾਂ ਕੇਸਿਸ ਹਨ, ਤਾਂ ਤੁਸੀਂ ਇਹੀ ਯਾਦ ਰੱਖਣਾ ਹੈ ਕਿ ਜੇ ਕੋਈ ਡਿਫੈਕਸ਼ਨ ਕਰਦਾ ਹੈ ਤਾਂ ਉਹ ਕਿਹੜੇ ਸ਼ਡਿਊਲ ਦੇ ਅੰਦਰ ਆਉਂਦਾ ਹੈ? 10th ਸ਼ਡਿਊਲ। ਤੇ ਉਹ ਕਿਸ ਐਕਟ ਅਮੈਂਡਮੈਂਟ ਨਾਲ ਐਡ ਕੀਤਾ ਗਿਆ ਹੈ? 52nd ਅਮੈਂਡਮੈਂਟ ਐਕਟ ਆਫ 1985। ਠੀਕ ਹੈ ਜੀ। ਇੱਕ ਹੋਰ ਇੰਪੋਰਟੈਂਟ ਪੁਆਇੰਟ ਹੈ ਕਿ ਜੋ ਪ੍ਰੈਜ਼ੀਡੈਂਟ ਹੈ ਉਹੀ ਫਾਈਨਲ ਡਿਸੀਜਨ ਲੈਂਦਾ ਹੈ ਡਿਸਕੁਆਲੀਫਿਕੇਸ਼ਨ ਆਫ ਮੈਂਬਰ ਆਫ ਪਾਰਲੀਮੈਂਟ। ਆਰਟੀਕਲ 102 ਦੇ ਕੇਸ 'ਚ ਕਿਹਦੇ ਬੇਸ ਤੇ? ਕਿਹਦੇ ਓਪੀਨੀਅਨ ਦੇ ਬੇਸ ਤੇ? ਈਸੀ ਦੇ ਓਪੀਨੀਅਨ ਦੇ ਬੇਸ ਤੇ। ਬਟ ਜੋ ਆਪਣੇ ਕੋਲ ਆਪਾਂ ਕੀਤਾ ਸੀਗਾ ਐਂਟੀ ਡਿਫੈਕਸ਼ਨ ਲਾਅ, ਇਸ ਵਿੱਚ ਜੋ ਹੈ ਫਾਈਨਲ ਜੋ ਹੈ ਡਿਸੀਜਨ ਉਹ ਸਪੀਕਰ ਜਾਂ ਫਿਰ ਚੇਅਰਪਰਸਨ ਦਾ ਹੋਊਗਾ। ਇਹ ਵੀ ਜੋ ਹੈ ਇੰਪੋਰਟੈਂਟ ਜੋ ਹੈ ਆਪਣੇ ਕੋਲ ਇੰਪੋਰਟੈਂਟ ਡਿਫਰੈਂਸ ਹੈ ਦੋਨਾਂ 'ਚ, ਆਰਟੀਕਲ 102 ਤੇ 10th ਸ਼ਡਿਊਲ 'ਚ। ਇਹ ਵੀ ਬਹੁਤ ਵਾਰ ਰਿਪੀਟ ਹੋਇਆ ਪੁਆਇੰਟ ਹੈ ਐਗਜ਼ਾਮ 'ਚ। ਸੋ ਸਾਡਾ ਅਗਲਾ ਕੁਐਸਚਨ ਹੈ ਵਿਚ ਪ੍ਰੋਵੀਜ਼ਨ ਨੀਡਸ ਅ ਸਪੈਸ਼ਲ ਮੈਜੋਰਿਟੀ ਇਨ ਪਾਰਲੀਮੈਂਟ। ਸਪੈਸ਼ਲ ਮੈਜੋਰਿਟੀ ਵਿਸ਼ੇਸ਼ ਬਹੁਮਤ ਦੀ ਕਿਸ ਜੋ ਹੈ ਪ੍ਰੋਵੀਜ਼ਨ 'ਚ ਲੋੜ ਹੈ? ਆਪਸ਼ਨ ਏ ਕ੍ਰੀਏਸ਼ਨ ਆਫ ਨਿਊ ਸਟੇਟਸ, ਆਪਸ਼ਨ ਬੀ ਰੂਲਸ ਆਫ ਪ੍ਰੋਸੀਜਰਸ, ਆਪਸ਼ਨ ਸੀ ਯੂਜ਼ ਆਫ ਇੰਗਲਿਸ਼ ਇਨ ਪਾਰਲੀਮੈਂਟ, ਆਪਸ਼ਨ ਡੀ ਚੇਂਜ ਇਨ ਫੰਡਾਮੈਂਟਲ ਰਾਈਟਸ। ਸੋ ਸਾਡਾ ਕਰੈਕਟ ਆਂਸਰ ਹੈ ਆਪਸ਼ਨ ਡੀ ਚੇਂਜ ਇਨ ਫੰਡਾਮੈਂਟਲ ਰਾਈਟਸ। ਸੋ ਜੋ ਸਾਡੀਆਂ ਇੰਪੋਰਟੈਂਟ ਪ੍ਰੋਵੀਜ਼ਨਸ ਜੇ ਆਪਾਂ ਕੋਈ ਚੇਂਜ ਕਰਨਾ ਹੋਵੇ ਜਿਵੇਂ ਕਿ ਫੰਡਾਮੈਂਟਲ ਰਾਈਟਸ ਜਾਂ ਫਿਰ ਡੀਪੀਐਸਪੀ, ਉਸ ਵਿੱਚ ਸਾਡੇ ਕੋਲ ਸਪੈਸ਼ਲ ਮੈਜੋਰਿਟੀ ਚਾਹੀਦੀ ਹੁੰਦੀ ਹੈ, 2/3 ਮੈਂਬਰ ਆਫ ਪ੍ਰੈਜ਼ੈਂਟ ਐਂਡ ਵੋਟਿੰਗ। ਐਂਡ ਜੋ ਆਪਣੇ ਕੋਲ ਨੋਰਮਲ ਜਿਹੀਆਂ ਪ੍ਰੋਵੀਜ਼ਨਸ ਜਿਵੇਂ ਕਿ ਕੋਈ ਨਿਊ ਸਟੇਟਸ ਨੂੰ ਐਡਮਿਟ ਕਰਨਾ ਹੋਵੇ ਜਾਂ ਫਿਰ ਕਿਸੇ ਸਟੇਟ ਦੀਆਂ ਜੋ ਬਾਉਂਡਰੀਜ਼ ਹੈ ਉਹਨਾਂ ਨੂੰ ਚੇਂਜ ਕਰਨਾ ਹੋਵੇ, ਤਾਂ ਉੱਥੇ ਆਪਾਂ ਕੀ ਯੂਜ਼ ਕਰਾਂਗੇ? ਸਿੰਪਲ ਮੈਜੋਰਿਟੀ ਜੋ ਹੈ ਉਹ ਪਾਰਲੀਮੈਂਟ ਯੂਜ਼ ਕਰਦਾ ਹੈ। ਦਿਸ ਕੁਐਸਚਨ ਇਜ਼ ਮੋਸਟ ਈਜ਼ੀ ਐਂਡ ਮੋਸਟ ਰਿਪੀਟਿਡ ਕਿ ਕਿਹੜਾ ਆਰਟੀਕਲ ਹੈ ਹਾਰਟ ਐਂਡ ਸੋਲ ਆਫ ਦਾ ਇੰਡੀਅਨ ਕੌਂਸਟੀਟਿਊਸ਼ਨ 'ਚ? ਇਹਦਾ ਤੁਸੀਂ ਆਨਸਰ ਕਮੈਂਟ ਸੈਕਸ਼ਨ 'ਚ ਮੈਨੂੰ ਦਿਓ। ਆਪਸ਼ਨ ਏ ਆਰਟੀਕਲ 14, ਆਪਸ਼ਨ ਬੀ ਆਰਟੀਕਲ 19, ਆਪਸ਼ਨ ਸੀ ਆਰਟੀਕਲ 21, ਆਪਸ਼ਨ ਡੀ ਆਰਟੀਕਲ 32। ਸੋ ਸਾਡਾ ਕਰੈਕਟ ਆਨਸਰ ਹੈ ਆਪਸ਼ਨ ਡੀ ਆਰਟੀਕਲ 32। ਸੋ ਜੋ ਡਾਕਟਰ ਬੀ ਆਰ ਅੰਬੇਦਕਰ ਸੀ ਉਹਨਾਂ ਨੇ ਜੋ ਆਰਟੀਕਲ 32 ਹੈ ਰਾਈਟ ਟੂ ਕੌਂਸਟੀਟਿਊਸ਼ਨਲ ਰੈਮੀਡੀਜ਼ ਨੂੰ ਹਾਰਟ ਐਂਡ ਸੋਲ ਕਿਹਾ ਸੀਗਾ ਇੰਡੀਅਨ ਕੌਂਸਟੀਟਿਊਸ਼ਨ ਦਾ, ਕਿਉਂਕਿ ਇਹ ਜੋ ਆਰਟੀਕਲ ਹੈ ਉਹ ਅਲਾਓ ਕਰਦਾ ਹੈ ਸਿਟੀਜ਼ਨਸ ਨੂੰ ਮੂਵ ਕਰਨ ਲਈ ਸੁਪਰੀਮ ਕੋਰਟ ਟੂ ਪ੍ਰੋਟੈਕਟ ਦੇਅਰ ਰਾਈਟਸ, ਫੰਡਾਮੈਂਟਲ ਰਾਈਟਸ ਵਾਇਆ ਰਿਟਸ। ਹੁਣ ਰਿਟਸ ਕਿਹੜੀਆਂ ਹੁੰਦੀਆਂ? ਰਿਟਾਂ ਕਿਹੜੀਆਂ ਆ? ਆਪਣੇ ਕੋਲ 5 ਰਿਟਸ ਹੁੰਦੀਆਂ, ਹੈਬੀਅਸ ਕਾਰਪਸ, ਮੈਂਡਮਸ, ਪ੍ਰੋਬੀਸ਼ਨ, ਸਰਚਰੀ ਤੇ ਕਿਉ ਵਾਰੰਟੋ। ਇਹ ਆਪਾਂ ਅੱਗੇ ਡਿਸਕਸ ਕਰਾਂਗੇ ਜਦੋਂ ਆਪਣੇ ਕੋਲ ਹੋਰ ਵੀ ਰਿਟਸ ਵਾਲੇ ਕੁਐਸਚਨ ਵੀ ਆਉਣੇ ਹਨ, ਉੱਥੇ ਆਪਾਂ ਡਿਟੇਲ 'ਚ ਇਹ ਡਿਸਕਸ ਕਰਾਂਗੇ ਰਿਟਸ ਬਾਰੇ। ਸੋ ਸਾਡਾ ਅਗਲਾ ਕੁਐਸਚਨ ਹੈ ਵਾਈਸ ਕੁਐਸਚਨ ਆਰ ਆਬਜ਼ਰਵਡ। ਆਪਸ਼ਨ ਏ ਆਸਕਿੰਗ ਕੁਐਸਚਨ ਟੂ ਮਿਨਿਸਟਰ, ਆਪਸ਼ਨ ਬੀ ਇੰਟਰੋਡਿਊਸ ਕਰਨਾ ਨਿਊ ਬਿਲਸ ਨੂੰ, ਆਪਸ਼ਨ ਸੀ ਡਿਸਕਸ ਕਰਨ ਲਈ ਬਜਟ, ਆਪਸ਼ਨ ਡੀ ਵੋਟਿੰਗ ਔਨ ਅ ਰੈਜ਼ੋਲਿਊਸ਼ਨ। ਸੋ ਸਾਡਾ ਕਰੈਕਟ ਆਨਸਰ ਹੈ ਆਪਸ਼ਨ ਏ ਮੰਤਰੀਆਂ ਨੂੰ ਸਵਾਲ ਪੁੱਛਣ ਲਈ ਜੋ ਹੈ ਕੁਐਸਚਨ ਆਸ ਜੋ ਹੈ ਉਹ ਆਬਜ਼ਰਵ ਕੀਤਾ ਜਾਂਦਾ ਹੈ। ਸੋ ਕਿਸੇ ਵੀ ਪਾਰਲੀਮੈਂਟਰੀ ਸਿਟਿੰਗ ਦਾ ਜੋ ਪਹਿਲਾ ਆਰ ਹੁੰਦਾ ਹੈ ਉਹ ਕੁਐਸਚਨ ਆਰ ਹੁੰਦਾ ਹੈ।
ਇਹ ਆਪਣੇ ਕੋਲ 11 ਤੋਂ 12 ਵਜੇ ਦੇ ਵਿਚਕਾਰ ਹੁੰਦਾ ਹੈ। ਇਸ ਵਿੱਚ 3 ਤਰ੍ਹਾਂ ਦੇ ਕੁਐਸਚਨ ਜਿਹੜੇ ਉਹ ਪੁੱਛੇ ਜਾ ਸਕਦੇ ਹਨ, ਜਿਵੇਂ ਕਿ ਸਟਾਰਟ ਕੁਐਸਚਨ, ਜਿਸ ਵਿੱਚ ਯੂਜ਼ਲੀ ਆਪਣੇ ਕੋਲ ਕਿਹੜਾ ਆਨਸਰ ਚਾਹੀਦਾ, ਓਰਲ ਆਨਸਰ, ਠੀਕ ਹੈ ਜੀ। ਫੋਲੋ ਅਪ ਕੁਐਸਚਨ ਵੀ ਇਹਦੇ ਵਿੱਚ ਅਲਾਉ ਹੁੰਦਾ ਹੈ। ਇਸ ਤੋਂ ਇਲਾਵਾ ਸਾਡੇ ਕੋਲ ਕੀ ਹੁੰਦਾ ਆ, ਅਨਸਟਾਰਡ ਕੁਐਸਚਨ, ਜਿਹਦੇ 'ਚ ਆਪਣੇ ਕੋਲ ਰਿਟਨ ਆਨਸਰ ਰਿਕੁਆਇਰ ਹੁੰਦਾ ਆ। ਤੇ ਉਸ ਤੋਂ ਬਾਅਦ ਤੀਜਾ ਹੁੰਦਾ ਹੈ ਸ਼ਾਰਟ ਨੋਟਿਸ ਕੁਐਸਚਨ, ਜਿਹਦੇ 'ਚ 10 ਦਿਨਾਂ ਤੋਂ ਜੋ ਹੈ ਘੱਟ ਦਾ ਸਮਾਂ ਲੈ ਕੇ ਜੋ ਮੈਂਬਰ ਹੈ ਉਹ ਕੁਐਸਚਨ ਜਾ ਕੇ ਪੁੱਛ ਸਕਦਾ ਹੈ। ਕੋਈ ਵੀ ਜੋ ਆਪਣੇ ਕੋਲ ਅਰਜੈਂਟ ਪਬਲਿਕ ਇੰਪੋਰਟੈਂਸ ਵਾਲਾ ਮੈਟਰ ਆ ਉਹਦੇ ਤੋਂ ਜੋ ਹੈ ਉਹ ਕੁਐਸਚਨ ਕਰ ਸਕਦਾ ਹੈ, ਠੀਕ ਆ। ਇਸ ਤੋਂ ਇਲਾਵਾ ਹੁੰਦਾ ਹੈ ਸਾਡੇ ਕੋਲ 0 ਆਰ, ਜੋ ਕਿ ਆਪਣੇ ਕੋਲ ਕੁਐਸਚਨ ਆਰ ਖਤਮ ਹੁੰਦੇ ਹੀ ਸਾਡੇ ਕੋਲ ਜੋ ਹੈ ਉਹ 0 ਆਰ ਸਟਾਰਟ ਹੋ ਜਾਂਦਾ ਹੈ। ਇਹ 12 ਤੋਂ ਲੈ ਕੇ 1 ਵਜੇ ਦੁਪਹਿਰ ਤੱਕ ਹੁੰਦਾ। ਸੋ ਸਾਡਾ ਨੈਕਸਟ ਕੁਐਸਚਨ ਹੈ, ਹਾਊ ਵਾਸ ਆਰਟੀਕਲ 21A operationalized? Option A through RTE Act of 2009, option B 42nd Amendment, option C through Sarv Shiksha Abhiyan, option D through preamble. So ਸਾਡਾ correct answer ਹੈ option A through RTE Act of 2009। ਸੋ ਜੋ ਆਰਟੀਕਲ 21A ਹੈ ਉਹ 86th Amendment Act of 2002 ਨਾਲ ਸਾਡੇ ਕੋਲ ਐਡ ਕੀਤਾ ਗਿਆ ਸੀਗਾ। ਪਰ ਇਹ ਐਕਚੁਅਲੀ ਜੋ ਹੈ ਪ੍ਰੈਕਟਿਸ 'ਚ ਕਦੋਂ ਲਿਆਂਦਾ ਗਿਆ, ਕਿਸ ਐਕਟ ਨਾਲ ਲਿਆਂਦਾ ਗਿਆ, ਰਾਈਟ ਆਫ ਚਿਲਡਰਨ ਟੂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਆਫ 2009। ਇਸ ਐਕਟ ਦੇ ਤਹਿਤ ਜੋ ਹੈ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਚਿਲਡਰਨ ਏਜ 6 to 14 ਈਅਰਸ ਆਫ ਏਜ, ਅਤੇ ਇਸ ਦੀ ਜੋ ਇੰਪਲੀਮੈਂਟੇਸ਼ਨ ਹੈ ਉਹ ਸਟਾਰਟ ਹੋਈ ਸੀ 1 ਅਪ੍ਰੈਲ 2010 ਤੋਂ। ਇਹ ਵੀ ਬਹੁਤ ਵਾਰ ਰਿਪੀਟ ਹੋਇਆ ਕੁਐਸਚਨ ਹੈ ਕਿ ਵੀਵੀਪੈਟ ਦੀ ਜੋ ਹੈ ਇਸ ਦੀ ਫੁੱਲ ਫਾਰਮ ਦੱਸਣੀ ਹੈ। ਆਪਸ਼ਨ ਏ ਵੈਰੀਫਾਈਡ ਵੋਟਰ ਪੇਪਰ ਔਥੈਂਟੀਕੇਸ਼ਨ ਟੈਕਨੋਲੋਜੀ, ਆਪਸ਼ਨ ਬੀ ਵੋਟਰ ਵੈਰੀਫਾਈਡ ਪੋਲਿੰਗ ਐਕੂਰੇਸੀ ਟਰੈਕਰ, ਆਪਸ਼ਨ ਸੀ ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰੇਲ, ਆਪਸ਼ਨ ਡੀ ਵੈਰੀਫਾਈਡ ਵੋਟਿੰਗ ਪ੍ਰੋਸੈਸ ਐਂਡ ਅਕਾਊਂਟੇਬਿਲਿਟੀ ਟੂ। ਸੋ ਸਾਡਾ ਕਰੈਕਟ ਆਨਸਰ ਹੈ ਆਪਸ਼ਨ ਸੀ ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰੇਲ। ਸੋ ਜੋ ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰੇਲ ਜਾਣੀ ਕਿ ਵੀਵੀਪੈਟ ਹੁੰਦਾ ਹੈ ਉਹ ਇੱਕ ਇੰਡੀਪੈਂਡੈਂਟ ਸਿਸਟਮ ਕਿਹਦੇ ਨਾਲ ਅਟੈਚ ਕੀਤਾ ਹੁੰਦਾ ਹੈ, ਈਵੀਐਮ ਦੇ ਨਾਲ। ਇਹ ਕੀ ਕਰਦਾ ਹੈ, ਅਲੋ ਕਰਦਾ ਹੈ ਵੋਟਰਸ ਨੂੰ ਵੈਰੀਫਾਈ ਕਰਨ ਲਈ ਕਿ ਜੋ ਉਹਨਾਂ ਨੇ ਵੋਟ ਕਾਸਟ ਕੀਤੀ ਹੈ ਉਹ ਸਹੀ ਕਾਸਟ ਕੀਤੀ ਹੈ, ਜਿਸ ਨੂੰ ਉਹ ਕਾਸਟ ਕਰਨਾ ਚਾਹੁੰਦਾ ਸੀ, ਜਿਸ ਬੰਦੇ ਜਾਂ ਪਾਰਟੀ ਨੂੰ ਕਾਸਟ ਕਰਨਾ ਚਾਹੁੰਦਾ ਸੀ ਉਸਨੂੰ ਹੀ ਕੀਤੀ ਹੈ। ਇਸ ਵਿੱਚ ਸਾਡੇ ਕੋਲ ਜੋ ਸਲਿੱਪ ਹੈ ਉਹ 7 ਸੈਕਿੰਡ ਲਈ ਜੋ ਹੈ ਵੋਟਰ ਨੂੰ ਸ਼ੋ ਹੁੰਦੀ ਹੈ ਕਿ ਜਿਸ ਵਿੱਚ ਇਸ ਸਲਿੱਪ ਵਿੱਚ ਕੀ ਹੁੰਦਾ ਹੈ, ਪ੍ਰਿੰਟ ਸੀਰੀਅਲ ਨੰਬਰ, ਨੇਮ ਐਂਡ ਸਿੰਬਲ ਆਫ ਦਾ ਕੈਂਡੀਡੇਟ ਜਿਹਨੂੰ ਉਹਨੇ ਵੋਟ ਕੀਤੀ ਹੈ, ਠੀਕ ਹੈ ਜੀ। ਅਤੇ ਜੇਕਰ ਕਦੇ ਵੀ ਕੋਈ ਡਿਸਪਿਊਟ ਹੋ ਜਾਵੇ ਜਾਂ ਫਿਰ ਐਲੀਗੇਸ਼ਨ ਲੱਗੇ ਈਵੀਐਮ ਟੈਂਪਰਿੰਗ ਤੇ, ਤਾਂ ਇਹ ਜੋ ਪੇਪਰ ਸਲਿੱਪਸ ਹੈ ਇਹਨਾਂ ਨੂੰ ਕਾਊਂਟ ਕੀਤਾ ਜਾ ਸਕਦਾ ਹੈ ਇਲੈਕਸ਼ਨ ਦੇ ਰਿਜ਼ਲਟਸ ਨੂੰ ਵੈਰੀਫਾਈ ਕਰਨ ਲਈ। ਇਹਨਾਂ ਦਾ ਪਹਿਲੀ ਵਾਰੀ ਕਿੱਥੇ ਯੂਜ਼ ਕੀਤਾ ਗਿਆ ਸੀਗਾ, 2013 'ਚ ਨੌਕਸੇਨ ਅਸੈਂਬਲੀ ਕੌਂਸਟੀਟਿਊਐਂਸੀ ਆਫ ਨਾਗਾਲੈਂਡ, ਠੀਕ ਹੈ ਜੀ, ਪਹਿਲੀ ਵਾਰੀ ਇੱਥੇ ਯੂਜ਼ ਕੀਤਾ ਗਿਆ ਸੀ ਇਹਨਾਂ ਦਾ। ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ। ਆਪਾਂ ਇਸ ਚੈਨਲ ਤੇ ਇਸ ਤੋਂ ਇਲਾਵਾ ਹੋਰ ਵੀ ਸਬਜੈਕਟਸ ਦੇ ਪ੍ਰੀਵੀਅਸ ਈਅਰ ਕੁਐਸਚਨ ਜਲਦੀ ਲੈ ਕੇ ਆਵਾਂਗੇ। ਆਪਣੇ ਜੋ ਸੁਜੈਸ਼ਨਸ ਹੈ, ਜੋ ਵੀ ਆਪਣੀ ਫੀਡਬੈਕ ਹੈ ਉਹ ਕਮੈਂਟ ਸੈਕਸ਼ਨ 'ਚ ਜ਼ਰੂਰ ਦਿਓ, ਅਤੇ ਜੇਕਰ ਕੋਈ ਸਬਜੈਕਟ ਦੀ ਤੁਸੀਂ ਥਿਊਰੀ ਸਟਾਰਟ ਕਰਵਾਉਣਾ ਚਾਹੁੰਦੇ ਹੋ ਜਾਂ ਕਿਸੇ ਸਬਜੈਕਟ ਦੀ ਸਪੈਸੀਫਿਕ ਡਿਮਾਂਡ ਹੈ ਉਹ ਵੀ ਤੁਸੀਂ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ। ਬਹੁਤ ਧੰਨਵਾਦ। ਥੈਂਕ ਯੂ।